Incoming voice call from Incoming voice call from +91904144510. Incoming voice call from +91. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਅਪੀਲ ਹੋਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੁੱਚੀ ਕੌਮ ਨੂੰ ਕਿ ਬੰਦੀ ਸਿੰਘ ਜਿਹੜੇ ਬਹੁਤ ਲੰਬੇ ਅਰਸੇ ਦੇ ਜੇਲ੍ਹਾਂ ਵਿੱਚ ਬੈਠੇ ਆ ਉਹਦੇ ਸੰਬੰਧ ਵਿੱਚ ਸਾਂਝੇ ਯਤਨ ਕੀਤੇ ਜਾਣ। ਉਹਨਾਂ ਯਤਨਾਂ ਦੇ ਵਿੱਚ 11 ਤਰੀਕ ਨੂੰ ਪਿਛਲੀ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸਮੂਹ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਔਰ ਉਸ ਇਕੱਠ ਦੇ ਵਿੱਚ ਇੱਕ ਸੁਰਤਾ ਦਾ ਬੜਾ ਵੱਡਾ ਸਬੂਤ ਦਿੱਤਾ ਗਿਆ, ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਤੇ ਹੋਰ ਜਥੇਬੰਦੀਆਂ, ਸਿੱਖ ਜਥੇਬੰਦੀਆਂ, ਸੰਪਰਦਾਵਾਂ, ਨਿਹੰਗ ਸਿੰਘ ਤੇ ਦਮਦਮੀ ਟਕਸਾਲ ਸਾਰੇ ਇਕੱਠੇ ਹੋਏ ਸੀ। ਉਹਦੀ ਇੱਕ ਫਿਰ 11 ਮੈਂਬਰੀ ਕਮੇਟੀ ਜਿਹੜੀ ਉਹ ਬਣਾਈ ਸੀ, ਜਿਹਦੀ 19 ਤਰੀਕ ਨੂੰ ਮੀਟਿੰਗ ਹੋਈ ਸੀ ਤੇ 19 ਤਰੀਕ ਨੂੰ ਇਹ ਫੈਸਲਾ ਹੋਇਆ ਸੀ ਕਿ ਆਪਾਂ ਸਮੂਹਿਕ ਤੌਰ ਤੇ ਪ੍ਰਧਾਨ ਮੰਤਰੀ ਨੂੰ, ਹੋਮ ਮਿਨਿਸਟਰ ਨੂੰ ਤੇ ਵੱਖ-ਵੱਖ ਸਟੇਟਾਂ ਦੇ ਜਿਹੜੇ ਚੀਫ ਮਿਨਿਸਟਰ ਸਾਹਿਬਾਨ ਉਹਨਾਂ ਨੂੰ ਮਿਲੀਏ। ਸੋ ਮੀਨਵਾਈਲ ਲਈ ਸਾਨੂੰ ਹਾਲੇ ਤੱਕ ਉਹਨਾਂ ਦਾ ਕੋਈ ਜਵਾਬ ਨਹੀਂ। ਉਹ ਤਾਂ ਸਾਡਾ ਪੋਰਟਲ ਰਾਹੀਂ ਆ ਗਏ, ਰਸੀਟ ਹੋ ਗਈ ਆ, ਪਰ ਕੋਈ ਸਾਨੂੰ ਅੱਜ ਤੱਕ ਡੇਟ ਨਹੀਂ ਕੋਈ ਵੀ ਮਿਲੀ। ਤੇ ਅੱਜ ਸਮੂਹਿਕ ਤੌਰ ਤੇ ਉਸੇ ਕੰਸਟਰਕਟ ਦੇ ਵਿੱਚ ਜਥੇਦਾਰ ਅਕਾਲ ਤਖਤ ਨੇ ਫਿਰ ਅਪੀਲ ਕੀਤੀ ਕਿ ਸਮੁੱਚਾ ਪੰਥ ਇੱਕ ਥਾਂ ਇਕੱਤਰ ਹੋ ਕੇ ਸੰਗਰੂਰ ਦੀ 22 ਇਲੈਕਸ਼ਨ ਦੇ ਵਿੱਚ ਉਹਨਾਂ ਬੰਦੀ ਸਿੰਘਾਂ ਲਈ ਤੇ ਸਮੂਹਿਕ ਤੌਰ ਤੇ ਇੱਕ ਸੁਰਤਾ ਦੇ ਲਈ ਇਕੱਤਰ ਹੋ ਕੇ ਸਾਰੇ ਆਪਣੇ ਇੱਕ ਥਾਂ ਇਲੈਕਸ਼ਨ ਲੜਨ। ਸੋ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਸਾਡੇ ਸੀਨੀਅਰ ਆਗੂ ਸਰਦਾਰ ਬਲਵਿੰਦਰ ਸਿੰਘ ਜੀ ਭੂੰਦੜ, ਸਰਦਾਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਸਾਡੇ ਸੀਨੀਅਰ ਆਗੂ ਤੇ ਦਾਸ ਦੀ ਡਿਊਟੀ ਲੱਗੀ ਸੀ। ਅਸੀਂ ਮਾਨ ਸਾਹਿਬ ਨਾਲ ਬੈਠ ਕੇ ਵਿਚਾਰ ਕੀਤੀ ਆ ਔਰ ਇਸ ਵਿਚਾਰ ਦੇ ਵਿੱਚ ਅਸੀਂ ਇਹ ਵੀ ਇਹਨਾਂ ਨੂੰ ਬੇਨਤੀ ਕੀਤੀ ਵੀ ਆਪਾਂ ਸਾਰੇ ਇਕੱਠੇ ਹੋ ਕੇ, ਕਿਉਂਕਿ ਇਹ ਵੀ ਵੇਚਿਆ, ਇੱਕ ਸੁਰਤਾ ਦੇ ਨਾਲ ਇੱਕ ਕੈਂਡੀਡੇਟ ਦਈਏ। ਸੋ ਇਹਨਾਂ ਦੇ ਨਾਲ ਅੰਦਰ ਬੈਠ ਕੇ ਸਾਰੀ ਵਿਚਾਰ ਹੋਈ ਆ। ਇਹ ਵੀ ਹੁਣ ਆਪਣੀ ਵਿਚਾਰ ਪਾਰਟੀ ਨਾਲ ਕਰ ਲੈਣਗੇ। ਸਾਡੀ ਪਾਰਟੀ ਵੱਲੋਂ ਤੇ ਅਕਾਲ ਤਖਤ ਦੇ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੋ ਮੇਰੀ ਸੇਵਾ ਲਾਈ ਸੀ ਉਹਦੇ ਤਹਿਤ ਬੈਠ ਕੇ ਅਸੀਂ ਅੱਜ ਵਿਚਾਰਾਂ ਕੀਤੀਆਂ, ਕਿਉਂਕਿ 6 ਤਰੀਕ ਤੱਕ ਨੋਮੀਨੇਸ਼ਨ ਹੋਣੀ ਆ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਸਾਡੇ ਸਿੱਖ ਕੌਮ ਦੇ ਸਰਕਾਰ ਦਾ ਬਹੁਤ ਵੱਡੇ ਆਗੂ ਵੀ ਆ, ਜਿਹੜੇ ਲੰਬੇ ਅਰਸੇ ਤੋਂ ਆਪ ਵੀ ਜਿਸ ਵੇਲੇ ਇਲੈਕਸ਼ਨ ਲੜੀ ਤੇ ਜੇਲ੍ਹ ਦੇ ਵਿੱਚ ਸੀ ਤੇ ਉਦੋਂ ਲਗਭਗ 5.25 ਲੱਖ ਦੇ ਮਾਰਜਨ ਦੇ ਨਾਲ ਜਿਤਾ ਕੇ ਇਹਨਾਂ ਨੂੰ ਕੌਮ ਨੇ MP ਬਣਾਇਆ ਸੀ। ਸੋ ਉਸੇ ਤਰਜ਼ ਤੇ ਅਸੀਂ ਅੱਜ ਵੀ ਯਤਨ ਕਰ ਰਹੇ ਹਾਂ ਕਿ ਜਿਹੜੇ 32 ਸਾਲ ਦੇ ਅੰਦਰ ਬੈਠੇ ਸਿੰਘ, ਉਹਨਾਂ ਦੀ ਰਿਹਾਈ ਵਾਸਤੇ ਸਮੁੱਚੇ ਤੌਰ ਤੇ ਪੰਥ ਇੱਕ ਥਾਂ ਇਕੱਤਰ ਹੋ ਕੇ ਇੱਕ ਕੈਂਡੀਡੇਟ ਦੇਵੇ ਤੇ ਇਲੈਕਸ਼ਨ ਇਕੱਠੇ ਲੜੀਏ ਤੇ ਆਪਾਂ ਇਹ ਪਾਰਲੀਮੈਂਟ ਦੇ ਵਿੱਚ ਜਾਈਏ। ਕਾਗਜ਼ ਭਰੋਗੇ ਆਪਣੀ ਸਿੰਬਲ ਤੇ? ਹਾਂ ਮੇਰੇ ਕੋਲ ਤਾਂ ਸਿੰਬਲ ਹੈ ਨਹੀਂਗਾ। ਮੈਨੂੰ ਤਾਂ ਸਿੰਬਲ ਇਲੈਕਸ਼ਨ ਕਮਿਸ਼ਨ ਨੇ ਦਿੱਤਾ ਨਹੀਂ ਹੈ, ਦਊਗਾ। ਤੇ ਕਾਗਜ਼ ਤਾਂ ਮੇਰੀ ਪਾਰਟੀ ਨੇ ਕਿਹਾ ਕਿ ਕੱਲ ਤੁਸੀਂ ਭਰ ਦੇਣੇ ਆ। ਜੇ ਪੰਥ ਇਕੱਠੇ ਹੋਣ ਦੀ ਗੱਲ ਹੁੰਦੀ ਹੈ, ਸਿਮਰਨਜੀਤ ਸਿੰਘ ਮਾਨ ਵੀ ਅਕਾਲੀ ਦਲ ਦੇ ਹੱਕ 'ਚ ਖੜ ਸਕਦੇ ਜੇ ਉਹਨਾਂ ਦਾ ਕੈਂਡੀਡੇਟ ਹੋ ਗਿਆ ਜੀ। ਜੀ ਜੇ ਇਕੱਠੇ ਤੌਰ ਤੇ ਇਲੈਕਸ਼ਨ ਲੜਨੀ ਪਈ ਅਕਾਲੀ ਦਲ ਦਾ ਕੈਂਡੀਡੇਟ ਤੁਹਾਨੂੰ ਸਮਰਥਨ ਦੇ ਰਹੇ ਨੇ, ਤਾਂ ਤੁਸੀਂ ਵੀ ਸਮਰਥਨ ਦੇ ਸਕਦੇ ਹੋ।
ਕਿਹਨੂੰ ਦੇ ਸਕਦਾ ਅਕਾਲੀ ਮੈਂ? ਦਲ ਨੂੰ ਜਿਸ ਤਰ੍ਹਾਂ ਉਹ ਕਹਿ ਰਿਹਾ ਵੀ ਇਕੱਠੇ ਹੋ ਕੇ ਲੜਾਂਗੇ ਜੀ। ਉਹ ਤਾਂ ਜਿਹੜੀ ਮੇਰੀ ਪਾਰਟੀ ਕਹੂਗੀ ਤਾਂ ਹੀ ਦੇਵਾਂਗੇ ਨਾ। ਜੇ ਇਹ ਪਾਰਲੀਮੈਂਟ ਦੇ ਵਿੱਚ ਬੋਲਣ ਵਾਲਾ ਆ ਜਿਹੜੀਆਂ ਸਾਰੀਆਂ ਗੱਲਾਂ ਮੈਂ ਕੀਤੀਆਂ ਹੈ, ਇਸ ਨੂੰ ਕਰਨ ਵਾਲਾ ਕੈਂਡੀਡੇਟ ਦੇਣਗੇ ਫਿਰ ਅਸੀਂ ਸੋਚਾਂਗੇ। ਹੁਣ ਉੱਥੇ ਜਾ ਕੇ ਸੁੱਚੇ ਮੂੰਹ ਚਲਿਆ ਜਾਏ, ਸੁੱਚੇ ਮੂੰਹ ਵਾਪਸ ਆ ਜਾਏ, ਇਹੋ ਜਿਹਾ ਕੈਂਡੀਡੇਟ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਦੇ ਨਹੀਂ ਹਾਂ ਭਰੂਗੀ। ਨਹੀਂ, ਹੁਣ ਤੁਸੀਂ ਆਪਣੇ ਤਾਂ ਕੋਲੇ ਲੜ ਰਹੇ ਹੋ ਸਰ। ਰਿਸਪੌਂਸਿਬਿਲਿਟੀ ਵੀ ਤਾਂ ਹੈ। ਤੁਸੀਂ ਲੜ ਰਹੇ ਹੋ, ਤੁਹਾਡਾ ਸਮਰਥਨ ਕਰਨਗੇ ਹੁਣ ਜੀ ਉਹ? ਕਿਉਂਕਿ ਹਾਂ, ਪਿਛਲਾ ਮੈਨੂੰ clear ਉਮੀਦ ਕਰਤਾ। ਮੈਨੂੰ ਉਮੀਦ ਹੈ ਕਿ ਕਰਨਗੇ। ਤਦ ਇੱਥੇ ਆਏ ਸੀਗੇ, ਜੀ ਆਇਆਂ ਨੂੰ। ਤੇ ਅਸੀਂ ਜ਼ਰੂਰ ਕਰਦੇ ਹੈ ਕਿ ਇਹ ਸਾਡਾ ਸਮਰਥਨ ਕਰਨਗੇ ਤੇ ਅਸੀਂ ਬੰਦੀਆਂ ਨੂੰ ਵੀ ਛਡਾਵਾਂਗੇ। ਤੇ ਪਾਰਲੀਮੈਂਟ ਦੇ ਵਿੱਚ ਸਾਰੀਆਂ ਗੱਲਾਂ ਜਿਹੜੀਆਂ ਤੁਹਾਡੇ ਨਾਲ ਕੀਤੀਆਂ ਮੁਸਲਮਾਨਾਂ ਦੇ ਬਾਰੇ, ਈਸਾਈਆਂ ਦੇ ਬਾਰੇ, ਹੁਣ ਜਿਹੜਾ ਨਵਾਂ ਚੀਫ ਮਿਨਿਸਟਰ ਬਣਿਆ ਗੋਆ ਦਾ, ਉਹ ਕਹਿੰਦਾ ਪੋਰਚੁਗੀਜ਼ ਰਾਜ ਦੇ ਵਿੱਚ ਜਿੰਨੇ ਵੀ ਗਿਰਜਾ ਘਰ ਨੇ ਨਾ, ਉਹ ਵੀ ਉਹਨਾਂ ਦੇ ਥੱਲੇ ਵੀ ਸ਼ਿਵਲਿੰਗ ਲੱਗੇ ਹੋਏ ਆ। ਤੇ ਇਹਦਾ ਮਤਲਬ ਹੈ ਕਿ ਗੋਆ ਦੇ ਵਿੱਚ ਵੀ ਹੁਣ ਗਿਰਜੇ ਘਰ ਈਸਾਈਆਂ ਦੇ ਢਾਹ ਦੇਣੇ। ਹੁਣ ਸ਼ਿਵਲਿੰਗ ਪਤਾ ਨਹੀਂ ਕਿੱਥੋਂ ਮਿਲ ਗਿਆ ਇਹਨਾਂ ਨੂੰ। ਮੈਨੂੰ ਦਿਖਾ ਤਾਂ ਦਿਓ ਕਿਹੋ ਜਿਹਾ ਹੁੰਦਾ ਯਾਰ, ਕੀ ਪਤਾ ਮੇਰੇ ਘਰ ਦੇ ਥੱਲੇ ਨਾ ਨੱਪਿਆ ਹੋਵੇ। ਕੱਲ ਨੂੰ ਸ਼ਿਵ ਸੇਨਾ ਵਾਲੇ ਆ ਜਾਣ ਕਿ ਜੀ ਤੁਹਾਡੇ ਘਰ ਦੇ ਥੱਲੇ ਤਾਂ ਸ਼ਿਵਲਿੰਗ ਹੈਗਾ। ਸ਼ਿਵਲਿੰਗ ਹੋ ਗਿਆ ਸਾਰੇ ਪਾਸੇ। ਠੀਕ ਹੈ ਸਰ, ਹਾਂ, ਥੈਂਕ ਯੂ ਸਰ, ਹਾਂ। ਥੈਂਕ ਯੂ। ਭਾਈ ਕੀ ਕਹੋਗੇ? ਸੁਖਬੀਰ ਬਾਦਲ ਜੀ ਆਏ ਸੀਗੇ ਤੇ ਪ੍ਰਧਾਨ ਜੀ ਆਏ ਸੀਗੇ, ਕੀ ਮੀਟਿੰਗ ਹੋਈ ਹੈ? ਕੱਲ ਨੂੰ ਤੁਸੀਂ ਕਾਗਜ਼ ਵੀ ਭਰਨੇ ਨੇ। ਬਹੁਤ ਅੱਛੀ ਮੀਟਿੰਗ ਹੋਈ ਹੈ ਜੀ ਕਿ ਇਹ ਪੰਥ ਨੂੰ ਤਕੜਾ ਕਰਨਾ ਆਪਾਂ ਨੇ। ਹੁਣ ਜੇ 11 ਤਰੀਕ ਨੂੰ ਸਾਰੀ STPC ਤੇ ਸਾਰੀਆਂ ਪਾਰਟੀਆਂ ਜਿਹੜੀਆਂ ਉੱਥੇ ਮੌਜੂਦ ਸੀਗੀਆਂ, ਉਹਨਾਂ ਨੇ ਰੈਜ਼ੋਲੂਸ਼ਨ ਪਾਸ ਕੀਤੀ ਹੈ ਕਿ ਬੰਦੀਆਂ ਨੂੰ ਆਪਾਂ ਨੇ ਛੁਡਾਉਣਾ ਹੈ। ਤੇ ਪ੍ਰਾਈਮ ਮਿਨਿਸਟਰ ਨੂੰ ਚਿੱਠੀ ਲਿਖੀ ਗਈ ਹੈ। ਤੇ ਪ੍ਰਾਈਮ ਮਿਨਿਸਟਰ ਤੇ ਇੰਡੀਆ ਤਾਂ ਸਾਡੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ, ਅਜੇ ਤੱਕ ਜਵਾਬ ਹੀ ਨਹੀਂ ਦਿੱਤਾ। ਐਡੇ ਭੂਸੜੇ ਹੋਏ ਆ ਇਹ BJP ਤੇ RSS ਦੇ ਲੋਕ ਕਿ ਇਹ ਸਿੱਖ ਕੌਮ ਨੂੰ ਜਵਾਬ ਦੇਣ ਤੋਂ ਇਨਕਾਰ ਕਰੀ ਜਾਂਦੇ ਆ। ਸੋ ਪੰਥਕ ਏਕਤਾ ਹੋਣੀ ਇਸ ਮੌਕੇ ਦੇ ਉੱਤੇ ਬਹੁਤ ਜ਼ਰੂਰੀ ਹੈ। ਤੇ ਅਸੀਂ ਸਾਰੀ ਪਾਰਟੀ ਸਪੋਰਟ ਕਰਦੀ ਹੈ ਪੰਥਕ ਏਕਤਾ ਨੂੰ। ਪਰ ਜਿਹੜੇ ਮੁੱਦੇ ਹੈਗੇ ਆ ਪੰਥ ਦੇ, ਅੱਜ 333 ਦਿਨ ਹੋ ਗਏ ਅਸੀਂ ਬਰਗਾੜੀ ਦੇ ਮੋਰਚੇ ਦੇ ਵਿੱਚ ਬੈਠੇ ਆ ਲਗਾਤਾਰ, ਕਿ ਬਰਗਾੜੀ ਦਾ ਫੈਸਲਾ ਨਹੀਂ ਹੋ ਰਿਹਾ। ਜਿਹੜੇ ਹਾਈ ਕੋਰਟ ਦੇ ਜੱਜ ਹੈ, ਸ਼ੇਖਵਤ ਹੈ, ਸਾਗਵਾਨ ਹੈ, ਬਜਾਜ ਹੈ, ਇਹ ਦੋਸ਼ੀਆਂ ਨੂੰ ਜ਼ਮਾਨਤਾਂ ਦੇਈ ਜਾਂਦੇ ਹੈ। ਤੇ ਸਿੱਖਾਂ ਦਾ ਇੱਥੇ ਸਾਡੇ ਜਿਹੜੇ ਮਨੁੱਖੀ ਅਧਿਕਾਰ ਹੈ ਉਹਨਾਂ ਨੂੰ ਰਗੜਿਆ ਜਾ ਰਿਹਾ ਹੈ। ਅਸੀਂ ਅਮਰੀਕਾ ਦਾ ਜਿਹੜਾ ਰਿਲੀਜੀਅਸ ਕਮਿਸ਼ਨ ਹੈ ਉਸ ਨੂੰ ਵੀ ਦੱਸਿਆ ਕਿ ਸਾਡੇ ਹੱਕ ਮੁਸਲਮਾਨਾਂ ਦੇ, ਈਸਾਈਆਂ ਦੇ, ਸਿੱਖਾਂ ਦੇ ਰਗੜੇ ਜਾ ਰਹੇ ਹੈ। ਤੇ ਅੱਜ ਸਾਨੂੰ ਬਹੁਤ ਅੱਛੀ ਖਬਰ ਆਈ ਹੈ ਕਿ ਅਮਰੀਕਾ ਦੇ ਸੈਕਟਰੀ ਆਫ ਸਟੇਟ ਨੇ ਕਿਹਾ ਕਿ ਇੰਡੀਆ ਦੇ ਵਿੱਚ ਧਰਮ ਨੂੰ, ਘੱਟ ਗਿਣਤੀਆਂ ਨੂੰ ਦਬਾਇਆ ਜਾ ਰਿਹਾ ਹੈ, ਜਿਹੜੀ ਸਾਡੀ ਪਾਰਟੀ ਦੀ ਬਹੁਤ ਜ਼ਿਆਦਾ ਵੱਡੀ ਕਾਮਯਾਬੀ ਹੋਈ ਹੈ। ਹੁਣ ਮੁਸਲਮਾਨਾਂ ਦੇ ਬਸਤੀਆਂ ਬੁਲਡੋਜ਼ਰਾਂ ਨਾਲ ਢਾਹ ਦੇਣੀਆਂ, ਥਾਂ ਥਾਂ ਮਸਜਿਦਾਂ ਦੇ ਵਿੱਚ ਰੱਖ ਦੇਣੇ, ਕੀ ਉਹਨੂੰ ਕਹਿੰਦੇ ਆ, ਸ਼ਿਵਲਿੰਗ ਰੱਖ ਦੇਣੇ, ਕਹਿ ਦੇਣਾ ਇਹ ਮਸਜਿਦ ਹੈ। ਅਕਾਲ ਤਖਤ ਸਾਹਿਬ ਤੇ ਇਹ ਤਾਜ ਮਹਿਲ ਤੇ ਵੀ ਰੱਖਤੇ, ਕੁਤਬ ਮੀਨਾਰ ਦੇ ਉੱਤੇ ਵੀ ਰੱਖਤੇ। ਜਿਹੜੇ ਮੁਸਲਮਾਨਾਂ ਦਾ ਸਭ ਤੋਂ ਵੱਡਾ ਸਥਾਨ ਹੈ ਅਜਮੇਰ ਸ਼ਰੀਫ, ਉੱਥੇ ਵੀ ਰੱਖਤੇ। ਮੁਸਲਮਾਨਾਂ ਦੀਆਂ ਬਸਤੀਆਂ ਦੇ ਉੱਤੇ ਬੁਲਡੋਜ਼ਰ ਫੇਰਤੇ, ਮੱਧ ਪ੍ਰਦੇਸ਼ ਨੇ, UP ਨੇ, ਹਰਿਆਣੇ ਨੇ। ਔਰ ਸਿੱਖਾਂ ਦੇ ਉੱਤੇ ਜ਼ਬਰ ਹੋ ਰਿਹਾ ਹੈ। ਕਸ਼ਮੀਰ ਦੇ ਵਿੱਚ ਇਹਨਾਂ ਨੇ ਕਸ਼ਮੀਰ ਦਾ ਸਟੇਟਸ ਰੱਦ ਕਰਕੇ ਯੂਨੀਅਨ ਟੈਰੀਟਰੀ ਬਣਾਤੀ, ਫੌਜ ਦੇ ਹਵਾਲੇ ਕਰਤਾ। ਪਰ ਤਾਂ ਵੀ ਉੱਥੋਂ ਦੀਆਂ ਘੱਟ ਗਿਣਤੀਆਂ ਪੰਡਤ ਹੈ ਉਹ ਭੱਜੇ ਜਾ ਰਹੇ ਹੈ। ਮੇਰਾ ਮਤਲਬ ਹੈ ਕਿ ਇਸ ਤਰ੍ਹਾਂ ਦਾ ਜ਼ੁਲਮ ਕਰਨ ਦੇ ਨਾਲ ਕਸ਼ਮੀਰ ਦੇ ਵਿੱਚ
ਕੀ ਅੱਜ ਫਰਕ ਪਿਆ ਜਿਹੜਾ 5 ਅਗਸਤ 2019 ਦੇ ਵਿੱਚ ਮੋਦੀ ਨੇ ਉੱਥੇ ਕਸ਼ਮੀਰ ਦਾ ਰਾਜ ਭੰਗ ਕਰਕੇ, ਅਸੈਂਬਲੀ ਭੰਗ ਕਰਕੇ, ਮੁਸਲਮਾਨਾਂ ਦੀ ਅਸੈਂਬਲੀ ਜਮਹੂਰੀਅਤ ਖਤਮ ਕਰਕੇ, ਸਿੱਖਾਂ ਦਾ 11 ਸਾਲ ਤੋਂ ਜਿਹੜੀ ਸਾਡੀ ਪਾਰਲੀਮੈਂਟ ਹੈ SCPC ਉਹਦੇ ਇਲੈਕਸ਼ਨਸ ਨਹੀਂ ਹੋ ਰਹੇ ਤੇ ਲਦਾਖ ਨੂੰ ਲਟਾਈ ਜਾਂਦੇ ਹੈ। 2020 ਦੇ ਵਿੱਚ ਚੀਨੀ 900 ਕਿਲੋਮੀਟਰ ਅੰਦਰ ਆ ਗਏ ਤੇ ਮੇਰਾ ਮਤਲਬ ਹੈ ਕਿ ਇਹ ਸਮਝਦੇ ਕੀ ਹੈ ਯਾਰ ਸਾਨੂੰ, ਕਿ ਜੇ ਅਸੀਂ ਚਿੱਠੀ ਲਿਖੀਏ ਪ੍ਰਾਈਮ ਮਿਨਿਸਟਰ ਨੂੰ ਕਿ ਅਸੀਂ ਤੈਨੂੰ ਮਿਲਣਾ ਚਾਹੁੰਦੇ ਹਾਂ, ਸਾਡੇ ਬੰਦੀ 30 ਸਾਲਾਂ ਦੇ ਅੰਦਰ ਡੱਕੇ ਹੋਏ ਹੈ ਤੇ ਅਜੇ 1984 ਤੋਂ ਬਾਅਦ ਸਾਨੂੰ ਕੋਈ ਇਹ ਜਵਾਬ ਨਹੀਂ ਆਉਂਦਾ, ਤੇ ਕੀ ਅਸੀਂ ਇਸ ਦੇਸ਼ ਦੇ ਨਾਗਰਿਕ ਰਹਿ ਗਏ ਹਾਂ ਕਿ ਨਹੀਂ? ਇਹ ਸਾਰਾ ਕੁਝ ਕੰਮ ਖਤਮ ਕਰਨਾ ਪਊਗਾ ਮੋਦੀ ਸਾਹਿਬ ਤੇ BJP ਨੂੰ।